ਦੋਸਤੋ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਮਾਲਾ ਮਨਕੇਤ ਤੇ। ਕਿਤਾਬ ਦਰ ਦਰਵਾਜ਼ੇ, ਲੇਖਕ ਨਰਿੰਦਰ ਸਿੰਘ ਕਪੂਰ। ਲੇਖ ਢਹਿੰਦੀ ਕਲਾ ਚੜ੍ਹਦੀ ਕਲਾ। ਬਹੁਤ ਹੀ ਖੂਬਸੂਰਤ ਗੱਲਾਂ ਨੇ ਵਿੱਚ, ਸੋ ਸਾਰਾ ਲੇਖ ਜ਼ਰੂਰ ਸੁਣਿਓ। ਗਾਰੇ ਵਿੱਚ ਖੁਪੇ ਹੋਏ ਪੈਰ ਨੱਚ ਨਹੀਂ ਸਕਦੇ। ਚੰਗੇ ਦਿਨਾਂ ਦੀ ਆਸ ਤੋਂ ਬਿਨਾਂ ਜਿਉਣਾ ਢਹਿੰਦੀ ਕਲਾ ਹੁੰਦੀ ਹੈ। ਆਸ ਦੇ ਮਰਨ ਨਾਲ ਹੀ ਢਹਿੰਦੀ ਕਲਾ ਦਾ ਜਨਮ ਹੁੰਦਾ ਹੈ। ਜਦੋਂ ਕੋਈ ਆਪਣੇ ਹੀ ਘਰ ਦਾ ਰਾਹ ਭੁੱਲ ਜਾਵੇ ਤਾਂ ਅਜਿਹੇ ਮਨੁੱਖ ਵਿੱਚ ਕਿਸੇ ਦਾ ਰਸਤਾ ਜਾਂ ਮੰਜ਼ਿਲ ਬਣਨ ਦੀ ਹਿੰਮਤ ਨਹੀਂ ਰਹਿੰਦੀ। ਕੁਰਾਹੇ ਪੈ ਕੇ ਭਟਕਣਾ ਢਹਿੰਦੀ ਕਲਾ ਦਾ ਪਹਿਲਾ ਲੱਛਣ ਹੁੰਦਾ ਹੈ। ਗਿੱਲੀ ਲੱਕੜ ਵਿੱਚੋਂ ਉੱਠਦਾ ਕਾਲਾ ਧੂੰਆਂ ਭਾਂਬੜ ਨਹੀਂ ਬਣਦਾ। ਢਹਿੰਦੀ ਕਲਾ ਵਿੱਚ ਗਰਸਿਆ ਵਿਅਕਤੀ ਆਪਣੀ ਸੂਝ ਅਤੇ ਤਾਕਤ ਨੂੰ ਉਵੇਂ ਹੀ ਵਰਤਦਾ ਹੈ ਜਿਵੇਂ ਸੱਜੇ ਹੱਥ ਨਾਲ ਕੰਮ ਕਰਨ ਵਾਲਾ ਕਾਰੀਗਰ ਖੱਬੇ ਹੱਥ ਨਾਲ ਕੰਮ ਕਰਨ ਦਾ ਯਤਨ ਕਰੇ। ਇਵੇਂ ਨਾ ਕੰਮ ਨਿਬੜਦੇ ਹਨ, ਨਾ ਕੰਮਾਂ ਵਿੱਚ ਬਰਕਤ ਪੈਂਦੀ ਹੈ। ਭਾਵੇਂ ਕੋਈ ਵਿਅਕਤੀ ਠੀਕ ਰਸਤੇ 'ਤੇ ਹੀ ਹੋਵੇ, ਪਰ ਜੇ ਉਹ ਤੁਰਦਾ ਨਹੀਂ ਤਾਂ ਠੀਕ ਰਸਤੇ 'ਤੇ ਹੋਣ ਦਾ ਵੀ ਕੋਈ ਲਾਭ ਨਹੀਂ ਹੋਵੇਗਾ। ਮਨੁੱਖ ਪੈਰਾਂ ਨਾਲ ਨਹੀਂ ਤੁਰਦਾ, ਉਸ ਨੂੰ ਤੋਰਦੇ ਹਨ ਉਸ ਦੇ ਉਦੇਸ਼, ਆਦਰਸ਼ ਅਤੇ ਨਿਸ਼ਾਨੇ। ਸਮੁੰਦਰੀ ਜਹਾਜ਼ ਦੇ ਸਫ਼ਰ ਵਿੱਚ ਸਮੁੰਦਰੀ ਛੱਲਾਂ ਕਾਰਨ ਜੇ ਇੱਕ ਵਾਰੀ ਉਲਟੀ ਆ ਜਾਵੇ ਤਾਂ ਬਾਕੀ ਯਾਤਰਾ ਵਿੱਚ ਉਲਟੀ ਆਉਣ ਦਾ ਡਰ ਬਣਿਆ ਰਹਿੰਦਾ ਹੈ। ਜੇ ਕਿਸੇ ਵੀ ਪ੍ਰਕਾਰ ਦਾ ਡਰ ਹੋਵੇ ਤਾਂ ਮਨੁੱਖ ਜਲਦੀ ਥੱਕ ਜਾਂਦਾ ਹੈ ਅਤੇ ਉਸ ਨੂੰ ਸਧਾਰਨ ਸਵਾਲਾਂ ਦੇ ਜਵਾਬ ਅਤੇ ਸਮੱਸਿਆਵਾਂ ਦੇ ਹੱਲ ਵੀ ਵਕਤ ਲੰਘ ਜਾਣ ਮਗਰੋਂ ਹੀ ਸੁੱਝਦੇ ਹਨ। ਮਨੁੱਖ ਦੀ ਸੋਚ, ਸੋਝੀ ਅਤੇ ਕਲਪਨਾ ਆਨੰਦ ਤੋਂ ਆਨੰਦ ਵੱਲ ਨਹੀਂ, ਇੱਕ ਆਸ ਤੋਂ ਦੂਜੀ ਆਸ ਵੱਲ ਵੱਧਦੀ ਹੈ। ਢਹਿੰਦੀ ਕਲਾ ਵਿੱਚ ਮਨੁੱਖ ਇਤਨਾ ਥੱਕ ਜਾਂਦਾ ਹੈ ਕਿ ਉਹ ਆਤਮਘਾਤ ਕਰਨ ਬਾਰੇ ਸੋਚਣ ਲੱਗ ਪੈਂਦਾ ਹੈ। ਇਵੇਂ ਮਨੁੱਖ ਦਾ ਆਤਮ ਪਿਆਰ ਆਤਮ ਘਿਰਣਾ ਵਿੱਚ ਬਦਲ ਜਾਂਦਾ ਹੈ। ਜੀਵਨ ਦਾ ਦੁਖਾਂਤ ਇਹ ਨਹੀਂ ਕਿ ਜੀਵਨ ਜਲਦੀ ਮੁੱਕ ਜਾਂਦਾ ਹੈ, ਸਗੋਂ ਇਹ ਹੈ ਕਿ ਅਸੀਂ ਢਹਿੰਦੀ ਕਲਾ ਕਾਰਨ ਜਿਉਣਾ ਹੀ ਭੁੱਲ ਜਾਂਦੇ ਹਾਂ। ਢਹਿੰਦੀ ਕਲਾ ਮਨ ਦਾ ਇੱਕ ਅਜਿਹਾ ਰੋਗ ਹੈ ਜਿਹੜਾ ਸਰੀਰ ਨੂੰ ਨਿਤਾਣਾ ਕਰ ਦਿੰਦਾ ਹੈ। ਸਰੀਰਕ ਰੋਗਾਂ ਦੇ ਮੁਕਾਬਲੇ ਮਾਨਸਿਕ ਰੋਗਾਂ ਦੀ ਉਮਰ ਲੰਮੀ ਹੁੰਦੀ ਹੈ, ਪਰ ਮਾਨਸਿਕ ਰੋਗ ਅਚਾਨਕ ਨਹੀਂ ਲੱਗਦਾ। ਇਸ ਦੇ ਲੰਮੇ ਪਿਛੋਕੜ ਅਤੇ ਇਸ ਦੇ ਗੰਭੀਰ ਹੋ ਜਾਣ ਲਈ ਸਭ ਤੋਂ ਵੱਧ ਅਸੀਂ ਆਪ ਜ਼ਿੰਮੇਵਾਰ ਹੁੰਦੇ ਹਾਂ। ਆਪਣੇ ਮਨ ਨੂੰ ਤਗੜਾ ਕਰਨ ਜਾਂ ਕਮਜ਼ੋਰ ਕਰਨ ਦਾ ਕਾਰਜ ਅਸੀਂ ਆਪ ਕਰਦੇ ਹਾਂ। ਮਨ ਛਾਂ ਵਾਂਗ ਸਾਡੇ ਪਿੱਛੇ ਪਿੱਛੇ ਨਹੀਂ ਚੱਲਦਾ, ਸਗੋਂ ਇਹ ਹਰ ਥਾਂ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਪਹੁੰਚ ਜਾਂਦਾ ਹੈ। ਅਸੀਂ ਮਨ ਨੂੰ ਨਹੀਂ ਚਲਾਉਂਦੇ, ਮਨ ਸਾਨੂੰ ਚਲਾਉਂਦਾ ਹੈ। ਕਈ ਵਾਰੀ ਸਰੀਰ ਸੌਣਾ ਚਾਹੁੰਦਾ ਹੈ ਪਰ ਮਨ ਜਾਗ ਕੇ ਚਿੰਤਾ ਕਰਦਾ ਰਹਿੰਦਾ ਹੈ। ਇਸ ਚਿੰਤਾ ਦਾ ਕਾਰਨ ਇਹ ਹੁੰਦਾ ਹੈ ਕਿ ਜਦੋਂ ਮਨੁੱਖ ਦੀ ਆਮਦਨ ਅਤੇ ਸੋਚ ਉਸ ਦੀਆਂ ਇੱਛਾਵਾਂ ਅਤੇ ਆਦਤਾਂ ਨਾਲ ਇਕਸੁਰ ਨਹੀਂ ਰਹਿੰਦੀ ਤਾਂ ਮਨੁੱਖ ਸੰਸਾਰ ਤੋਂ ਪਰੇਸ਼ਾਨ, ਆਪਣੇ ਆਪ ਤੋਂ ਦੁਖੀ ਅਤੇ ਆਪਣੇ ਆਪ ਤੋਂ ਤੰਗ ਹੋਣ ਲੱਗ ਪੈਂਦਾ ਹੈ। ਅਸੀਂ ਆਲੇ ਦੁਆਲੇ ਨੂੰ ਉਵੇਂ ਨਹੀਂ ਵੇਖਦੇ ਜਿਵੇਂ ਇਹ ਹੁੰਦਾ ਹੈ, ਸਗੋਂ ਉਵੇਂ ਵੇਖਦੇ ਹਾਂ ਜਿਵੇਂ ਅਸੀਂ ਆਪ ਹੁੰਦੇ ਹਾਂ। ਜੇ ਮਨ ਉਦਾਸ ਹੋਵੇ ਤਾਂ ਭੈੜੀਆਂ ਚੀਜ਼ਾਂ ਹੀ ਦਿਸਦੀਆਂ ਹਨ। ਢਾਹੂ ਸੋਚ ਕਾਰਨ ਮੁਸ਼ਕਲ ਮੁਸੀਬਤ ਅਤੇ ਮੁਸੀਬਤ ਮੌਤ ਬਣ ਜਾਂਦੀ ਹੈ। ਢਹਿੰਦੀ ਕਲਾ ਵਿੱਚ ਕੰਮ ਮੁਲਤਵੀ ਕੀਤੇ ਜਾਂਦੇ ਹਨ ਅਤੇ ਮੁਲਤਵੀ ਕੀਤੇ ਕੰਮਾਂ ਦਾ ਢੇਰ ਢਹਿੰਦੀ ਕਲਾ ਨੂੰ ਹੋਰ ਸੰਘਣਾ ਕਰ ਦਿੰਦਾ ਹੈ। ਉਦਾਸੇ ਵਿਅਕਤੀ ਕੋਲ ਪ੍ਰਸ਼ੰਸਾ ਕਰਨ ਅਤੇ ਜ਼ਿੰਦਗੀ ਮਾਣਨ ਦੀ ਹਿੰਮਤ ਨਹੀਂ ਹੁੰਦੀ। ਢਹਿੰਦੀ ਕਲਾ ਦੇ ਮੁੱਢਲੇ ਪਰਛਾਵੇਂ ਜਵਾਨੀ ਵਿੱਚ ਹੀ ਪ੍ਰਗਟ ਹੋਣ ਲੱਗ ਪੈਂਦੇ ਹਨ। ਜਦੋਂ ਬਾਜ਼ਾਰ ਦੀਆਂ ਚਮਕੀਲੀਆਂ ਚੀਜ਼ਾਂ ਕਹਿੰਦੀਆਂ ਹਨ ਮੌਜਾਂ ਲੁੱਟੋ, ਪਰ ਪਰਿਵਾਰਿਕ ਜ਼ਿੰਮੇਵਾਰੀਆਂ ਕਹਿੰਦੀਆਂ ਹਨ ਕਿ ਸਿਆਣੇ ਬਣੋ। ਇਸ ਵਿਰੋਧ ਦੇ ਤਿੱਖੇ ਹੋਣ ਨਾਲ ਮਨੁੱਖ ਅੰਦਰੋਂ ਟੁੱਟਦਾ ਜਾਂਦਾ ਹੈ। ਕੰਮ ਕਰਨ ਤੋਂ ਬਿਨਾਂ ਆਰਾਮ ਕਰਨ, ਕਮਾਉਣ ਤੋਂ ਪਹਿਲਾਂ ਖਰਚ ਕਰਨ, ਮਿਹਨਤ ਅਤੇ ਆਮਦਨ ਤੋਂ ਬਿਨਾਂ ਖਰਚੀਲੀ ਜੀਵਨ ਜਾਚ ਅਪਣਾਉਣ ਨਾਲ ਮਨੁੱਖ ਭ੍ਰਿਸ਼ਟ ਹੋ ਜਾਂਦਾ ਹੈ ਅਤੇ ਤਿਲਕਣ ਲੱਗ ਪੈਂਦਾ ਹੈ। ਜਦੋਂ ਕੋਈ ਉਤਸ਼ਾਹ ਨਾ ਹੋਵੇ, ਕੋਈ ਲਗਨ, ਕੋਈ ਰੁਝੇਵਾਂ, ਕੋਈ ਪ੍ਰੇਰਨਾ, ਕੋਈ ਸ਼ੌਕ ਨਾ ਹੋਵੇ ਤਾਂ ਨਤੀਜਾ ਢਹਿੰਦੀ ਕਲਾ ਹੀ ਹੋਵੇਗਾ। ਅਜਿਹੀ ਹਾਲਤ ਵਿੱਚ ਸਹਿ ਹੋਂਦ ਦੇ ਲੋਪ ਹੋਣ ਕਰਕੇ ਕੇਵਲ ਹੋਂਦ ਅਤੇ ਅੰਤ ਨੂੰ ਨਿਰਹੋਂਦ ਦੀ ਯਾਤਰਾ ਆਰੰਭ ਹੋ ਜਾਂਦੀ ਹੈ। ਨਸ਼ਿਆਂ ਦੇ ਢਾਹੇ, ਕਰਜ਼ਿਆਂ ਦੇ ਲਿਤਾੜੇ, ਜੁਰਮਾਂ ਦੇ ਭੰਨੇ ਅਜਿਹੇ ਵਿਅਕਤੀ ਸਵੇਰੇ ਇਤਨਾ ਨਿਢਾਲ ਅਤੇ ਨਿਤਾਣੇ ਹੁੰਦੇ ਹਨ ਕਿ ਉੱਠਣ ਲਈ ਇਹਨਾਂ ਦਾ ਦਿਲ ਹੀ ਨਹੀਂ ਕਰਦਾ। ਇਹੋ ਜਿਹਿਆਂ ਨੂੰ ਰੱਬ ਵੀ ਤਿਆਗ ਦਿੰਦਾ ਹੈ। ਅਜਿਹੇ ਵਿਅਕਤੀ ਆਪਣੀ ਸ਼ਕਲ ਨਾਲ ਹੀ ਨਾਰਾਜ਼ ਹੋ ਜਾਂਦੇ ਹਨ ਅਤੇ ਆਪਣੇ ਆਪ ਨੂੰ ਹੀ ਰੱਦ ਕਰ ਦਿੰਦੇ ਹਨ। ਇਵੇਂ ਇਹ ਅੰਤਾਂ ਦੀ ਇਕੱਲ ਹੰਢਾਉਂਦੇ ਹਨ। ਇਕੱਲਤਾ ਇਕਾਂਤ ਨਾਲੋਂ ਵੱਖਰੀ ਭਾਂਤ ਦਾ ਅਨੁਭਵ ਹੁੰਦੀ ਹੈ। ਇਕੱਲਤਾ ਦੌਰਾਨ ਅੰਦਰ ਸ਼ੋਰ ਹੁੰਦਾ ਹੈ ਤੇ ਅੰਦਰਲਾ ਤਰਲਾ ਮਾਰਦਾ ਹੈ ਕਿ ਮੈਨੂੰ ਸੁਣੋ। ਇਕਾਂਤ ਵਿੱਚ ਅੰਦਰ ਟਿਕਾਊ ਅਤੇ ਸ਼ਾਂਤੀ ਹੁੰਦੀ ਹੈ। ਇਕੱਲਾ ਵਿਅਕਤੀ ਆਪਣੇ ਆਪ ਨਾਲ ਲੜਦਾ ਹੈ। ਹਨੇਰਾ ਚਾਨਣ ਨੂੰ ਘੂਰਨ ਲੱਗ ਪੈਂਦਾ ਹੈ ਅਤੇ ਹਰੇਕ ਇਮਾਰਤ ਅਤੇ ਦੀਵਾਰ ਡਿੱਗ ਰਹੀ ਪ੍ਰਤੀਤ ਹੁੰਦੀ ਹੈ।
ਪਾਣੀ ਦੀ ਪਾਣੀ ਨਾਲ ਪੱਧਰ ਰੱਖਣ ਵਾਂਗ ਸਮਾਜ ਵੀ ਸਾਡੇ ਨਾਲ ਪੱਧਰ ਬਣਾ ਕੇ ਰੱਖਦਾ ਹੈ। ਸੰਸਾਰ ਦਾ ਸਾਡੇ ਵਿੱਚ ਵਿਸ਼ਵਾਸ ਸਾਡੇ ਆਪਣੇ ਆਪ ਵਿਚਲੇ ਵਿਸ਼ਵਾਸ ਨਾਲੋਂ ਉਚੇਰਾ ਨਹੀਂ ਹੁੰਦਾ। ਸਮਾਜ ਸਾਨੂੰ ਤੰਗ ਪਰੇਸ਼ਾਨ ਨਹੀਂ ਕਰਦਾ, ਅਸੀਂ ਸਮਾਜ ਨੂੰ ਤੰਗ ਪਰੇਸ਼ਾਨ ਕਰਦੇ ਹਾਂ। ਢਹਿੰਦੀ ਕਲਾ ਵਿਚਲਾ ਵਿਅਕਤੀ ਜਵਾਰੀਏ ਵਾਂਗ ਕਦੀ ਦਾਨ ਕਰਨ ਬਾਰੇ ਨਹੀਂ ਸੋਚਦਾ, ਉਹ ਹਮੇਸ਼ਾ ਖੋਹਣ ਅਤੇ ਲੁੱਟਣ ਬਾਰੇ ਹੀ ਸੋਚਦਾ ਹੈ। ਕਈਆਂ ਦੀ ਸ਼ਖਸੀਅਤ ਦਾ ਉਗੜਵਾਂ ਪੱਖ ਢਹਿੰਦੀ ਕਲਾ ਹੀ ਹੁੰਦਾ ਹੈ। ਉਮਰ ਕੋਈ ਹੋਵੇ, ਢਹਿੰਦੀ ਕਲਾ ਵਾਲਾ ਵਿਅਕਤੀ ਆਪਣੇ ਆਪ ਨੂੰ ਨਿਰਾਸ਼, ਅਸਫਲ ਅਤੇ ਬੁੱਢਾ ਸਮਝਣ ਲੱਗ ਪੈਂਦਾ ਹੈ। ਬੁੱਢੇ ਅਤੇ ਬਜ਼ੁਰਗ ਵਿੱਚ ਅੰਤਰ ਸਮਝਣ ਦੀ ਲੋੜ ਹੈ। ਬਜ਼ੁਰਗ ਵਿੱਚ ਉਹ ਆਦਤਾਂ ਅਤੇ ਗੁਣ ਹੁੰਦੇ ਹਨ ਜਿਨ੍ਹਾਂ ਨੂੰ ਜਵਾਨ ਵੀ ਅਪਣਾਉਣਾ ਚਾਹੁੰਦੇ ਹਨ, ਜਦੋਂ ਕਿ ਬੁੱਢਿਆਂ ਵਿੱਚ ਉਹ ਲਾਲਚ ਅਤੇ ਇੱਛਾਵਾਂ ਹੁੰਦੀਆਂ ਹਨ ਜਿਹੜੀਆਂ ਜਵਾਨੀ ਵਿੱਚ ਵੀ ਨਿੰਦੀਆਂ ਜਾਂਦੀਆਂ ਹਨ। ਜੇ ਮਾਪੇ ਢਹਿੰਦੀ ਕਲਾ ਵਿੱਚ ਹੋਣ ਤਾਂ ਸੰਤਾਨ ਦਾ ਉਦਾਸ ਅਤੇ ਅਸੰਤੁਸ਼ਟ ਹੋਣਾ ਲਾਜ਼ਮੀ ਹੈ। ਅਸੰਤੁਸ਼ਟਤਾ ਅਤੇ ਉਦਾਸੀ ਢਹਿੰਦੀ ਕਲਾ ਦੇ ਮੋਢੇ ਹੁੰਦੇ ਹਨ। ਢਹਿੰਦੀ ਕਲਾ ਦੀਆਂ ਕੁਝ ਵਿਸ਼ਵ ਵਿਆਪੀ ਨਿਸ਼ਾਨੀਆਂ ਹਨ, ਜਿਵੇਂ ਕਾਰਨ ਤੋਂ ਬਿਨਾਂ ਗੁੱਸਾ ਕਰਨਾ, ਵਿਕਾਸ ਤੋਂ ਬਿਨਾਂ ਪਰਿਵਰਤਨ ਲਈ ਤਾਂਘਣਾ, ਕੇਵਲ ਆਪਣੇ ਆਪ ਬਾਰੇ ਸੋਚਣਾ, ਜਾਣਨ ਦੀ ਇੱਛਾ ਤੋਂ ਬਿਨਾਂ ਪੁੱਛਣਾ, ਵਿਉਂਤ ਤੋਂ ਬਿਨਾਂ ਕਰਜ਼ਾ ਲੈਣਾ ਅਤੇ ਲੋੜ ਅਤੇ ਮਾਇਕ ਸਮਰੱਥਾ ਤੋਂ ਬਿਨਾਂ ਨਸ਼ੇ ਕਰਨੇ ਆਦਿ। ਨਸ਼ਾ ਕੋਈ ਹੋਵੇ, ਇਸ ਦੇ ਲੜ ਲੱਗਣ ਵਾਲੇ ਮੁੱਢੋਂ ਸੁੱਢੋਂ ਹੀ ਝੂਠੇ, ਬੇਈਮਾਨ, ਸਵਾਰਥੀ ਅਤੇ ਅਕ੍ਰਿਤਗਣ ਹੁੰਦੇ ਹਨ। ਅਜਿਹੇ ਬੰਦੇ ਕਿਸੇ ਰਿਸ਼ਤੇ ਵਿੱਚ ਪੂਰੇ ਨਹੀਂ ਉਤਰਦੇ। ਆਪਣੀ ਬਰਬਾਦੀ ਦੇ ਆਪ ਜ਼ਿੰਮੇਵਾਰ ਹੋਣ ਕਾਰਨ ਅਜਿਹੇ ਨਹਿਸ਼ ਵਿਅਕਤੀ ਆਪਣੇ ਘਰ ਤੋਂ ਆਰੰਭ ਕਰਕੇ ਕਈ ਘਰਾਂ ਅਤੇ ਪਰਿਵਾਰਾਂ ਨੂੰ ਬਰਬਾਦ ਕਰਦੇ ਹਨ। ਜਿਵੇਂ ਤਲਾਕ ਦਾ ਮੁਕੱਦਮਾ ਲੜ ਰਹੇ ਪਤੀ ਪਤਨੀ ਨਿਰੰਤਰ ਇੱਕ ਦੂਜੇ ਦਾ ਵੱਧ ਤੋਂ ਵੱਧ ਨੁਕਸਾਨ ਕਰਨ ਬਾਰੇ ਸੋਚਦੇ ਰਹਿੰਦੇ ਹਨ, ਉਵੇਂ ਹੀ ਸਮਾਜ ਨਾਲ ਲੜ ਰਹੇ ਵਿਅਕਤੀ ਉਲਟੇ ਨੇਮਾਂ ਨਾਲ ਜਿਉਂਦੇ, ਪਰੇਸ਼ਾਨੀਆਂ ਉਪਜਾਉਂਦੇ ਅਤੇ ਆਪ ਪਰੇਸ਼ਾਨ ਹੁੰਦੇ ਰਹਿੰਦੇ ਹਨ। ਅਜਿਹੇ ਵਿਅਕਤੀ ਵਿੱਚ ਲੜਨ ਭਿੜਨ ਦੀ ਹੀ ਬਿਰਤੀ ਉਚਦੀ ਹੈ। ਜਿਹੜਾ ਲੜਨ ਲਈ ਤਿਆਰ ਹੋਵੇ, ਉਹ ਇਹ ਨਹੀਂ ਸੋਚਦਾ ਕਿ ਦੁਸ਼ਮਣ ਕਿਹੜਾ ਹੈ ਤੇ ਕਿੱਥੇ ਹੈ, ਕਿਉਂਕਿ ਉਹ ਹਰੇਕ ਥਾਂ ਹਰ ਕਿਸੇ ਨੂੰ ਆਪਣਾ ਦੁਸ਼ਮਣ ਬਣਾ ਲੈਂਦਾ ਹੈ। ਜਦੋਂ ਅੰਦਰ ਹੀ ਲੜਾਈ ਹੋਵੇ ਤਾਂ ਬਾਹਰ ਦੁਸ਼ਮਣ ਪ੍ਰਗਟ ਹੋਣ ਲੱਗਿਆਂ ਦੇਰ ਨਹੀਂ ਲੱਗਦੀ। ਇਹ ਅਲਾਮਤਾਂ ਸਮਾਜ ਵਿੱਚ ਉਦਾਸੀ ਉਪਜਾਉਂਦੀਆਂ ਹਨ। ਅਜਿਹੇ ਵਿਅਕਤੀ ਸਭ ਪੱਖੋਂ ਅਤੇ ਵਿਸ਼ੇਸ਼ ਕਰਕੇ ਕਾਮ ਦੇ ਪੱਖੋਂ ਅਸੰਤੁਸ਼ਟ ਹੁੰਦੇ ਹਨ। ਕਾਮ ਦੇ ਪੱਖੋਂ ਸੰਤੁਸ਼ਟ ਵਿਅਕਤੀ ਵਿੱਚ ਮਾਫ਼ ਕਰਨ ਅਤੇ ਗਲਤੀ ਦੀ ਮਾਫ਼ੀ ਮੰਗਣ ਦੀ ਬਿਰਤੀ ਹੁੰਦੀ ਹੈ, ਜਦੋਂ ਕਿ ਕਾਮ ਦੇ ਪੱਖੋਂ ਅਸੰਤੁਸ਼ਟ ਵਿਅਕਤੀ ਬਦਲਾ ਲੈਣ, ਬਲਾਤਕਾਰ ਕਰਨ ਅਤੇ ਕਤਲ ਕਰਨ ਬਾਰੇ ਸੋਚਣ ਲੱਗ ਪੈਂਦੇ ਹਨ। ਵੇਖਿਆ ਗਿਆ ਹੈ ਕਿ ਸੰਸਾਰ ਸਾਨੂੰ ਤੰਗ ਨਹੀਂ ਕਰਦਾ, ਸਾਨੂੰ ਤੰਗ ਕਰਦੇ ਹਨ ਸੰਸਾਰ ਨਾਲ ਸਾਡੇ ਅਣਸੁਖਾਵੇਂ ਸੰਬੰਧ। ਜੇ ਸੰਸਾਰ ਨਾਲ ਸਾਡਾ ਰਿਸ਼ਤਾ ਸਵਾਰਥੀ ਅਤੇ ਲੁੱਟ ਖੋਹ ਵਾਲਾ ਹੈ ਤਾਂ ਸੰਸਾਰ ਤੋਂ ਅਸੀਂ ਤੰਗ ਹੀ ਹੋਵਾਂਗੇ। ਜੇ ਸਾਡੀ ਸੋਚ, ਸਾਡਾ ਵਿਹਾਰ ਜਾਂ ਭੋਜਨ ਠੀਕ ਨਹੀਂ ਤਾਂ ਸਮਾਜ ਦੀ ਕੋਈ ਤਰਕੀਬ ਜਾਂ ਦਵਾਈ ਅਸਰ ਨਹੀਂ ਕਰੇਗੀ, ਪਰ ਜੇ ਵਿਹਾਰ ਅਤੇ ਭੋਜਨ ਠੀਕ ਹੈ ਤਾਂ ਕਿਸੇ ਦਵਾਈ ਦੀ ਲੋੜ ਹੀ ਨਹੀਂ ਪਵੇਗੀ। ਅਜੋਕੇ ਪੰਜਾਬ ਦੇ ਪੇਂਡੂ ਸਮਾਜਿਕ ਜੀਵਨ ਦਾ ਵੱਡਾ ਭਾਗ ਢਹਿੰਦੀ ਕਲਾ ਵਿੱਚ ਹੈ ਅਤੇ ਸਮੁੱਚਾ ਵਾਤਾਵਰਣ ਸੋਗੀ ਹੈ। ਜਿਸ ਸਮਾਜ ਵਿੱਚ ਜਵਾਨ, ਵਿਹਲੇ ਅਤੇ ਬਜ਼ੁਰਗਾਂ ਨੂੰ ਮਜ਼ਦੂਰੀ ਕਰਨੀ ਪਵੇ, ਉਹ ਸਮਾਜ ਤੰਦਰੁਸਤ ਨਹੀਂ ਹੁੰਦਾ। ਪਿੱਛੇ ਜਿਹੇ ਪਿੰਡ ਤੋਂ ਪੜ੍ਹ ਕੇ ਗਿਆ, ਵਿਦੇਸ਼ ਵਿੱਚ ਅਮੀਰ ਹੋਇਆ ਇੱਕ ਡਾਕਟਰ ਪਿੰਡ ਦੀ ਨੁਹਾਰ ਬਦਲਣ ਲਈ ਅਤੇ ਆਪਣੇ ਅਧਿਆਪਕ ਸਾਧੂ ਸਿੰਘ ਨੂੰ ਮਿਲ ਕੇ ਵਿਉਂਤ ਬਣਾਉਣ ਅਤੇ ਸਤਿਕਾਰ ਪ੍ਰਗਟਾਉਣ ਲਈ ਜਦੋਂ ਪਿੰਡ ਆਇਆ ਤਾਂ ਸਰਪੰਚ ਨੇ ਦੱਸਿਆ ਕਿ ਮਾਸਟਰ ਸਾਧੂ ਸਿੰਘ 5 ਸਾਲ ਪਹਿਲੇ ਪਿੰਡ ਛੱਡ ਗਏ ਹਨ। ਸਰਪੰਚ ਨੇ ਉਸ ਡਾਕਟਰ ਨੂੰ ਦੱਸਿਆ ਕਿ ਮਾਸਟਰ ਜੀ ਨੇ ਆਪਣੀ ਕਮਾਈ ਨਾਲ 15 ਏਕੜ ਜ਼ਮੀਨ ਬਣਾਈ, ਪਿੰਡ ਵਿੱਚ ਵੱਡਾ ਘਰ ਬਣਾਇਆ, ਪਰ ਉਹ ਨਸ਼ਿਆਂ ਦੇ ਖਾਧੇ ਆਪਣੇ ਇਕਲੌਤੇ ਪੁੱਤਰ ਦੇ ਦੁਰਵਿਵਹਾਰ ਤੋਂ ਪਰੇਸ਼ਾਨ ਸਨ, ਕਿਉਂਕਿ ਪੋਤੇ ਦਾਦੇ ਦੀ ਪੱਗ ਲਾਹ ਮਾਰਦੇ ਸਨ ਅਤੇ ਪੱਗ ਬੰਨ੍ਹਣ ਨਹੀਂ ਸਨ ਦਿੰਦੇ। ਅੱਕ ਥੱਕ ਕੇ ਮਾਸਟਰ ਜੀ ਖੇਤ ਰਹਿਣ ਲੱਗ ਪਏ ਸਨ, ਪਰ ਅਕਸਰ ਹੀ ਨੂੰਹ ਸਹੁਰੇ ਨੂੰ ਰੋਟੀ ਭੇਜਣੀ ਭੁੱਲ ਜਾਂਦੀ ਸੀ। ਉਦਾਸ, ਮਾਯੂਸ ਅਤੇ ਮਜਬੂਰ ਹੋ ਕੇ ਮਾਸਟਰ ਜੀ ਚਲੇ ਗਏ ਸਨ। ਡਾਕਟਰ ਇਹ ਸਭ ਕੁਝ ਸੁਣ ਕੇ ਸੁੰਨ ਹੋ ਗਿਆ ਅਤੇ ਬਿਨਾਂ ਕੁਝ ਬੋਲੇ ਸਾਧੂ ਸਿੰਘ ਦੀ ਯਾਦ ਵਿੱਚ ਰੋਂਦਾ ਹੋਇਆ ਵਾਪਸ ਚਲਾ ਗਿਆ। ਜਦੋਂ ਮਨ ਪੀੜ ਦਾ ਬੋਝ ਨਹੀਂ ਚੁੱਕ ਸਕਦਾ ਤਾਂ ਮਨੁੱਖ ਰੋਣ ਲੱਗ ਪੈਂਦਾ ਹੈ। ਅਜਿਹੀ ਨਿਰਾਸ਼ਤਾ ਚਿਹਰੇ ਨੂੰ ਪੀਲਾ ਕਰ ਦਿੰਦੀ ਹੈ ਅਤੇ ਅੱਖਾਂ ਬੇਨੂਰ ਹੋ ਜਾਂਦੀਆਂ ਹਨ। ਢਹਿੰਦੀ ਕਲਾ ਸਾਡੀ ਸਾਰਿਆਂ ਦੀ ਸਾਂਝੀ ਸਮੱਸਿਆ ਹੈ। ਇਸ ਵਿੱਚੋਂ ਨਿਕਲਣ ਵਾਸਤੇ ਸਾਂਝੇ ਯਤਨ ਕਰਨੇ ਪੈਣਗੇ। ਢਹਿੰਦੀ ਕਲਾ ਹਨੇਰੇ ਦਾ ਖੂਹ ਹੈ, ਜਦੋਂ ਕਿ ਚੜ੍ਹਦੀ ਕਲਾ ਆਪਣੇ ਆਪ ਵਿੱਚ ਡੂੰਘੇ ਅਤੇ ਬੁਲੰਦ ਭਰੋਸੇ ਦਾ ਨਾਂ ਹੈ। ਢਹਿੰਦੀ ਕਲਾ ਇੱਕ ਰੋਗ ਹੈ, ਚੜ੍ਹਦੀ ਕਲਾ ਇਸ ਦਾ ਇਲਾਜ ਹੈ।
ਢਹਿੰਦੀ ਕਲਾ ਇਸ ਲਈ ਉਪਜਦੀ ਹੈ ਕਿਉਂਕਿ ਅਸੀਂ ਆਪਣੀ ਸਰੀਰਕ, ਮਾਨਸਿਕ ਅਤੇ ਆਤਮਿਕ ਸ਼ਕਤੀ ਨੂੰ ਸੰਭਾਲਦੇ ਨਹੀਂ ਅਤੇ ਇਹ ਸ਼ਕਤੀ ਤਾਨੇ ਮਿਹਣੇ, ਨਿੰਦਾ, ਸਾੜੇ, ਈਰਖਾ ਜਿਹੇ ਛੇਕਾਂ ਰਾਹੀਂ ਅਤੇ ਬਦਲਾ ਲੈਣ ਅਤੇ ਸਬਕ ਸਿਖਾਉਣ ਜਿਹੀਆਂ ਘਰਾਲਾਂ ਰਾਹੀਂ ਡੁੱਲ ਜਾਂ ਵਗ ਜਾਂਦੀ ਹੈ ਅਤੇ ਜੀਵਨ ਨੂੰ ਉਤਸ਼ਾਹ ਦੇਣ ਵਾਲੀ ਇਸ ਸ਼ਕਤੀ ਦੇ ਵਗਣ ਨਾਲ ਅਸੀਂ ਜਵਾਨੀ ਵਿੱਚ ਹੀ ਅੱਕ ਥੱਕ ਜਾਂਦੇ ਹਾਂ। ਪੁਰਾਣੇ ਸਮਿਆਂ ਵਿੱਚ ਰਿਸ਼ੀ ਮੁਨੀ ਆਪਣੀ ਇਸ ਸ਼ਕਤੀ ਨੂੰ ਇਕੱਤਰ ਅਤੇ ਇਕਾਗਰ ਕਰਨ ਲਈ ਸਮਾਧੀ ਲਾਉਂਦੇ ਸਨ। ਆਪਣੀ ਉਪਜਾਊ ਸ਼ਕਤੀ ਵਧਾਉਣ ਲਈ ਲੋੜ ਹੈ ਕਿ ਅਸੀਂ ਚੁੱਪ ਰਹਿਣ ਲਈ ਸਮਾਂ ਕੱਢੀਏ, ਦੂਜਿਆਂ ਦੀ ਪ੍ਰਵਾਨਗੀ ਦਾ ਲਾਲਚ ਤਿਆਗੀਏ ਅਤੇ ਗੁੱਸੇ ਅਤੇ ਵਿਰੋਧ ਨੂੰ ਤਿਆਗ ਕੇ ਉਦਾਸੀ ਅਤੇ ਢਹਿੰਦੀ ਕਲਾ ਦਾ ਇਲਾਜ ਕਰੀਏ। ਮੇਰੇ ਅਧਿਆਪਕ ਕਿਹਾ ਕਰਦੇ ਸਨ ਕਿ ਕਿਸੇ ਨਾਲ ਲੜਨ ਨਾਲ ਅਸੀਂ ਆਪ ਵਧੇਰੇ ਥੱਕਦੇ ਹਾਂ। ਜੇ ਲੜਨਾ ਹੀ ਹੈ ਤਾਂ ਸਿਆਣੇ ਬੰਦੇ ਨਾਲ ਲੜੋ। ਜੇ ਸਿਆਣੇ ਬੰਦੇ ਨਾਲ ਲੜਾਈ ਹੋ ਵੀ ਜਾਵੇ ਤਾਂ ਪਛਤਾਵੇ ਤੋਂ ਬਚਣ ਲਈ ਉਸ ਦੇ ਹੱਥੋਂ ਹਾਰੋ। ਉਹ ਕਿਹਾ ਕਰਦੇ ਸਨ, ਚੜ੍ਹਦੀ ਕਲਾ ਵਿੱਚ ਰਹਿਣ ਲਈ ਡਰੋ ਘੱਟ, ਆਸ ਵੱਧ ਕਰੋ, ਖਾਓ ਘੱਟ, ਚਬਾਓ ਵੱਧ, ਸ਼ਿਕਾਇਤ ਘੱਟ ਅਤੇ ਧੰਨਵਾਦ ਵੱਧ ਕਰੋ। ਘੱਟ ਬੋਲੋ ਤੇ ਕਹੋ ਵਧੇਰੇ, ਕਿਉਂਕਿ ਜਿਤਨਾ ਘੱਟ ਬੋਲੋਗੇ ਉਤਨਾ ਵਧੇਰੇ ਧਿਆਨ ਨਾਲ ਸੁਣੇ ਜਾਓਗੇ। ਉਹ ਕਹਿੰਦੇ ਸਨ ਕਿ ਪੁਰਾਣੀਆਂ ਗਲਤੀਆਂ ਨਾ ਦੁਹਰਾਓ, ਜੇ ਕਰਨੀਆਂ ਹਨ ਤਾਂ ਨਵੀਆਂ ਗਲਤੀਆਂ ਕਰੋ, ਤਜਰਬਾ ਵਿਸ਼ਾਲ ਹੋਵੇਗਾ। ਸੋਚੋ, ਜਦੋਂ ਵੀ ਆਨੰਦ ਜਾਂ ਸੁੱਖ ਮਿਲਿਆ ਸੀ ਤਾਂ ਕੀ ਹੋਇਆ ਸੀ? ਕਿਸੇ ਨੂੰ ਜ਼ਰੂਰ ਕੁਝ ਦਿੱਤਾ ਹੋਵੇਗਾ। ਦਾਨ ਜਾਂ ਹਮਦਰਦੀ, ਸਹਾਇਤਾ, ਸਹਿਯੋਗ ਜਾਂ ਸਹਿਮਤੀ, ਕੁਝ ਦੇ ਕੇ ਹੀ ਪ੍ਰਸੰਨ ਹੋਏ ਹੋਵੋਗੇ। ਅਸੀਂ ਜਦੋਂ ਵੀ ਪ੍ਰਸੰਨ ਹੁੰਦੇ ਹਾਂ ਉਸ ਵੇਲੇ ਕੁਝ ਦਿੱਤਾ ਹੁੰਦਾ ਹੈ, ਸੋ ਉਸ ਵੇਲੇ ਕੁਝ ਲੈਣ ਦੀ ਇੱਛਾ ਨਹੀਂ ਹੁੰਦੀ। ਇੱਛਾਵਾਂ ਤੋਂ ਮੁਕਤ ਅਨੁਭਵ ਵਾਲੇ ਪਲਾਂ ਨੂੰ ਹੀ ਪ੍ਰਸੰਨਤਾ ਕਹਿੰਦੇ ਹਨ। ਮਨੁੱਖ ਨੂੰ ਜਦੋਂ ਵੀ ਜਿੱਥੇ ਵੀ ਚੜ੍ਹਦੀ ਕਲਾ ਦੀ ਜਾਗ ਲੱਗਦੀ ਹੈ, ਉਹ ਦੁੱਖ ਤਕਲੀਫਾਂ ਵਿੱਚੋਂ ਸ਼ਾਂਤ ਮਨ ਨਾਲ ਜੂਝ ਕੇ ਪਾਰ ਲੰਘ ਜਾਂਦਾ ਹੈ। ਉਦਾਹਰਣ ਵਜੋਂ ਵੇਖੋ ਰਾਮ ਨਾਲ ਕੀ ਵਾਪਰਿਆ। ਪਿਤਾ ਸਵਰਗਵਾਸ ਹੋ ਗਏ। ਬਨਵਾਸ ਕਾਰਨ ਰਾਮ ਪਿਤਾ ਕੋਲ ਨਹੀਂ ਸਨ ਜਾ ਸਕਦੇ। ਪਤਨੀ ਨੂੰ ਰਾਵਣ ਚੁੱਕ ਕੇ ਲੈ ਗਿਆ ਸੀ। ਲਛਮਣ ਜ਼ਖਮੀ ਪਿਆ ਹੋਇਆ ਸੀ। ਸਮੁੱਚਾ ਵਾਤਾਵਰਨ ਢਹਿੰਦੀ ਕਲਾ ਵਾਲਾ ਸੀ, ਪਰ ਰਾਮ ਚੜ੍ਹਦੀ ਕਲਾ ਵਿੱਚ ਰਹੇ। ਗੁਰੂ ਗੋਬਿੰਦ ਸਿੰਘ ਜੀ ਨਾਲ ਕੀ ਵਾਪਰਿਆ? ਸਾਥੀ ਬੇਦਾਵਾ ਦੇ ਗਏ ਸਨ। ਅਨੰਦਪੁਰ ਛੱਡਣਾ ਪਿਆ ਸੀ। ਸਿਰਸਾ ਨਦੀ ਨੇ ਪਰਿਵਾਰ ਵਿਛੋੜ ਦਿੱਤਾ ਸੀ। ਪੁੱਤਰ ਚਮਕੌਰ ਅਤੇ ਸਰਹਿੰਦ ਵਿੱਚ ਸ਼ਹੀਦ ਹੋ ਚੁੱਕੇ ਸਨ। ਗੁਰੂ ਜੀ ਨੇ ਅਤੀਤ ਤੇ ਨਹੀਂ, ਆਪਣੀ ਟੇਕ ਭਵਿੱਖ ਤੇ ਰੱਖੀ। ਉਹਨਾਂ ਨੇ ਸੰਕਟ ਦੀਆਂ ਘੜੀਆਂ ਵਿੱਚ ਹੌਸਲਾ ਵਿਖਾਇਆ, ਮਿੱਤਰ ਪਿਆਰੇ ਨੂੰ ਯਾਦ ਕੀਤਾ ਅਤੇ ਚੜ੍ਹਦੀ ਕਲਾ ਵਿੱਚ ਰਹੇ ਅਤੇ ਇਕੱਲਿਆਂ ਹੀ ਪੰਥ ਖੜਾ ਕਰ ਦਿੱਤਾ। ਹੌਸਲਾ ਹਰ ਗੁਣ ਦਾ ਧੁਰਾ ਅਤੇ ਕੇਂਦਰੀ ਤੱਤ ਹੁੰਦਾ ਹੈ ਅਤੇ ਇਸ ਦੀ ਹਰ ਸੰਕਟ ਵਿੱਚ ਪਰਖ ਹੁੰਦੀ ਹੈ। ਸੰਕਟ ਵਿੱਚ ਵਿਖਾਏ ਹੌਸਲੇ ਦੇ ਪੱਖੋਂ ਇੱਕ ਛੋਟਾ ਜਿਹਾ ਪਿੰਡ ਸਾਰਾਗੜ੍ਹੀ ਇਤਿਹਾਸ ਦੇ ਪੰਨਿਆਂ ਵਿੱਚ ਬੜੀ ਵੱਡੀ ਥੰਮ ਲਈ ਬੈਠਾ ਹੈ। ਸਾਰਾਗੜ੍ਹੀ ਦੀ ਇਤਿਹਾਸ ਸਿਰਜਣ ਵਾਲੀ ਲੜਾਈ ਉਪਰੰਤ ਸਿੱਖ ਰੈਜੀਮੈਂਟਾਂ ਦਾ ਨਾਂ ਸੂਰਬੀਰਤਾ, ਚੜ੍ਹਦੀ ਕਲਾ ਅਤੇ ਸਿੱਖ ਸਰਦਾਰ ਨਾਲ ਜੁੜ ਗਿਆ ਹੈ। ਚੜ੍ਹਦੀ ਕਲਾ ਦਾ ਪ੍ਰਤੀਕ ਸ਼ਬਦ ਸਰਦਾਰ ਪੰਜਾਬੀਆਂ ਨੇ ਅਫਗਾਨਾਂ ਤੋਂ ਪ੍ਰਾਪਤ ਕੀਤਾ ਹੈ। ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਦੇ ਹਮਲਿਆਂ ਦੌਰਾਨ ਸਿੰਘਾਂ ਦੀਆਂ ਅਫਗਾਨਾਂ ਨਾਲ ਮੁੱਠਭੇੜਾਂ ਹੁੰਦੀਆਂ ਰਹਿੰਦੀਆਂ ਸਨ। ਸਿੱਖ ਬਹਾਦਰ ਸਨ, ਪਰ ਸਿੱਖ ਅਫਗਾਨਾਂ ਦੀ ਬਹਾਦਰੀ ਦੇ ਕਾਇਲ ਵੀ ਸਨ। ਅਫਗਾਨ ਆਪਣੀ ਟੁਕੜੀ ਦੇ ਮੁਖੀ ਨੂੰ ਸਰਦਾਰ ਕਹਿੰਦੇ ਸਨ। ਸਿੱਖਾਂ ਨੇ ਅਫਗਾਨਾਂ ਦਾ ਇਹ ਸ਼ਬਦ ਬਹਾਦਰ ਸਿੱਖ ਲਈ ਵਰਤਣਾ ਆਰੰਭ ਕੀਤਾ, ਜਦੋਂ ਕਿ ਸਧਾਰਨ ਸਿੱਖ ਨੂੰ ਭਾਈ ਕਿਹਾ ਜਾਂਦਾ ਸੀ। ਅੰਗਰੇਜ਼ਾਂ ਨੇ ਸਰਦਾਰ ਦਾ ਖਿਤਾਬ ਦੇਣਾ ਆਰੰਭ ਕਰਕੇ ਇਸ ਸ਼ਬਦ ਦਾ ਸਤਿਕਾਰ ਹੋਰ ਵੀ ਵਧਾ ਦਿੱਤਾ ਸੀ। ਜਿਹੜਾ ਘੋਰ ਸੰਕਟ ਵਿੱਚ ਵੀ ਚੜ੍ਹਦੀ ਕਲਾ ਵਿੱਚ ਰਹੇ, ਉਸ ਨੂੰ ਸਰਦਾਰ ਕਹਿੰਦੇ ਹਨ। ਸਰਦਾਰ ਇਕੱਲਾ ਵੀ ਭੀੜ ਨਾਲ ਲੜ ਸਕਦਾ ਹੈ। ਸਰਦਾਰ ਮਰ ਜਾਵੇਗਾ ਪਰ ਮੈਦਾਨ ਵਿੱਚੋਂ ਦੌੜੇਗਾ ਨਹੀਂ, ਕਿਉਂਕਿ ਸਰਦਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਬਾਸ਼ ਲੈਣੀ ਹੁੰਦੀ ਹੈ। ਸਮਾਜ ਨੂੰ ਤੰਦਰੁਸਤ ਅਤੇ ਤਗੜਾ ਕਰਨ ਦਾ ਕਾਰਜ ਚੜ੍ਹਦੀ ਕਲਾ ਵਾਲੇ ਹੀ ਕਰਦੇ ਹਨ। ਢਹਿੰਦੀ ਕਲਾ ਵਾਲਿਆਂ ਨੇ ਅਜੇ ਤੱਕ ਨਾ ਕੋਈ ਕਾਢ ਕੱਢੀ ਹੈ, ਨਾ ਕਿਸੇ ਕੰਮ ਦਾ ਨਵਾਂ ਢੰਗ ਤਰੀਕਾ ਸਿਰਜਿਆ ਹੈ, ਨਾ ਹੀ ਕੋਈ ਸਮੱਸਿਆ ਹੱਲ ਕੀਤੀ ਹੈ ਅਤੇ ਨਾ ਹੀ ਕੋਈ ਨਵਾਂ ਵਿਚਾਰ ਦਿੱਤਾ ਹੈ। ਚੜ੍ਹਦੀ ਕਲਾ ਵਾਲੇ ਬਹੁਤੀਆਂ ਹਾਲਤਾਂ ਵਿੱਚ ਸਹੀ ਸਾਬਤ ਹੁੰਦੇ ਹਨ, ਜਦੋਂ ਕਿ ਢਹਿੰਦੀ ਕਲਾ ਵਾਲੇ ਆਪਣੀਆਂ ਸਾਰੀਆਂ ਹਾਲਤਾਂ ਵਿੱਚ ਗਲਤ ਸਾਬਤ ਹੁੰਦੇ ਹਨ। ਆਪਣੇ ਕਰਤੱਵ ਦਾ ਪਾਲਣਾ ਕਰਨ ਵਾਲਾ ਮਨੁੱਖ ਸਮਾਜ ਜਾਂ ਸੰਸਾਰ ਨਾਲ ਅਸੰਤੁਸ਼ਟ ਹੋ ਹੀ ਨਹੀਂ ਸਕਦਾ। ਢਹਿੰਦੀ ਕਲਾ ਵਾਲੇ ਵਿਅਕਤੀ ਗੁੰਝਲਦਾਰ ਹੁੰਦੇ ਹਨ, ਜਦੋਂ ਕਿ ਚੜ੍ਹਦੀ ਕਲਾ ਵਾਲੇ ਬੰਦੇ ਪ੍ਰਸੰਨ, ਖੁੱਲ੍ਹੇ, ਸਿੱਧੇ ਅਤੇ ਸਪਸ਼ਟ ਹੁੰਦੇ ਹਨ। ਅਤੇ ਇਹ ਰਿਸ਼ਤਿਆਂ ਦੇ ਟੁੱਟ ਜਾਣ ਦਾ ਮਾਤਮ, ਦੋਸਤੀਆਂ ਦੇ ਮੁੱਕ ਜਾਣ ਦਾ ਸੋਗ, ਵਿਛੋੜਿਆਂ ਦੀ ਚੀਸ, ਰੁੱਸ ਕੇ ਚਲੇ ਗਿਆਂ ਦਾ ਸੰਤਾਪ ਖਿੜੇ ਮੱਥੇ ਬਰਦਾਸ਼ਤ ਕਰਦੇ ਹਨ। ਇਹ ਡੋਲਦੇ ਨਹੀਂ, ਸਥਿਰ ਰਹਿੰਦੇ ਹਨ। ਤੁਹਾਡੀਆਂ ਸ਼ਿਕਾਇਤਾਂ ਕਿਤਨੀਆਂ ਪੁਰਾਣੀਆਂ ਹਨ, ਉਹਨਾਂ ਤੋਂ ਪਤਾ ਲੱਗੇਗਾ ਕਿ ਤੁਹਾਡੇ ਵਿੱਚ ਮਾਫ਼ ਕਰਨ ਅਤੇ ਅਣਡਿੱਠ ਕਰਨ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਦੀ ਸ਼ਕਤੀ ਕਿੰਨੀ ਹੈ।
ਮੇਰੀ ਪਤਨੀ ਦੀ ਇੱਕ ਵਿਦਿਆਰਥਣ ਵਿਆਹ ਮਗਰੋਂ ਕੁਝ ਮਹੀਨਿਆਂ ਵਿੱਚ ਹੀ ਵਿਧਵਾ ਹੋ ਗਈ। ਉਹ ਦੱਸ ਰਹੀ ਸੀ ਕਿ ਮੈਂ ਉਦਾਸ ਹਾਂ, ਮੇਰੇ ਦਿਲ ਨੂੰ ਡੋਪੂ ਪੈਂਦੇ ਹਨ। ਉਸ ਨੂੰ ਕਿਹਾ ਗਿਆ ਕਿ ਤੂੰ ਵਿਆਹ ਕਰਵਾ ਲੈ। ਕਹਿਣ ਲੱਗੀ, ਇਵੇਂ ਲੋਕ ਚੰਗਾ ਨਹੀਂ ਸਮਝਣਗੇ। ਜਦੋਂ ਪੁੱਛਿਆ ਕਿ ਹੁਣ ਲੋਕ ਚੰਗਾ ਸਮਝਦੇ ਹਨ, ਕਹਿਣ ਲੱਗੀ, ਹੁਣ ਲੋਕ ਸੋਚਦੇ ਹਨ ਕਿ ਮੈਂ ਇੱਕ ਚੰਗੀ ਇਸਤਰੀ ਹਾਂ। ਇਹ ਦੁਚਿੱਤੀ ਦੀ ਸਥਿਤੀ ਹੈ। ਲੋਕਾਂ ਦੀਆਂ ਨਜ਼ਰਾਂ ਵਿੱਚ ਉਹ ਚੰਗੀ ਹੈ, ਪਰ ਉਸ ਨੂੰ ਆਪਣੀਆਂ ਨਜ਼ਰਾਂ ਵਿੱਚ ਆਪਣੇ ਚੰਗੇ ਹੋਣ ਦਾ, ਪ੍ਰਸੰਨ ਹੋਣ ਦਾ ਅਹਿਸਾਸ ਨਹੀਂ ਹੈ। ਦੁਚਿੱਤੀ ਵਾਂਗ ਹੀ ਕਈ ਘਟਨਾਵਾਂ ਸਾਨੂੰ ਡਾਵਾਂਡੋਲ ਕਰਦੀਆਂ ਹਨ। ਮੇਰੀ ਇੱਕ ਵਿਦਿਆਰਥਣ ਦੱਸ ਰਹੀ ਸੀ ਕਿ ਵਿਛੜਨ ਤੋਂ 20 ਵਰ੍ਹੇ ਮਗਰੋਂ ਅਚਾਨਕ ਇੱਕ ਦਿਨ ਮੇਰੇ ਵਿਦਿਆਰਥੀ ਜੀਵਨ ਵਿੱਚ ਰਹਿ ਚੁੱਕੇ ਮੇਰੇ ਪ੍ਰੇਮੀ ਦਾ ਖਤ ਆਇਆ। ਲਿਖਿਆ ਸੀ ਕਿ ਬੜੀ ਯਾਦ ਆਉਂਦੀ ਹੈ, ਮੈਂ ਇੱਕ ਵਾਰੀ ਮਿਲਣਾ ਚਾਹੁੰਦਾ ਹਾਂ। ਸੋਚਿਆ ਜਵਾਬ ਦੇਵਾਂ ਕਿ ਨਾ। ਕਈ ਦਿਨ ਮੈਂ ਸੋਚਦੀ ਰਹੀ। ਉਹ ਪੁਰਾਣੀਆਂ ਯਾਦਾਂ ਜਾਗ ਪਈਆਂ ਜਦੋਂ ਮੈਂ ਹਰ ਵੇਲੇ ਇਹ ਸੋਚਿਆ ਕਰਦੀ ਸਾਂ ਕਿ ਉਸ ਨੂੰ ਚੰਗੀ ਲੱਗਣ ਵਾਸਤੇ ਮੈਂ ਕੀ ਪਹਿਨਾਂ ਤੇ ਕੀ ਬੋਲਾਂ। ਪਰ ਇੱਕ ਦਿਨ ਉਹ ਅਚਾਨਕ ਮੇਰੇ ਰਾਹਾਂ ਵਿੱਚੋਂ ਤੁਰ ਗਿਆ। ਉਸ ਦੇ ਇਸ ਵਿਹਾਰ ਕਾਰਨ ਮੈਂ ਢਹਿੰਦੀ ਕਲਾ ਵਿੱਚ ਸਾਂ। ਆਤਮਘਾਤ ਵੀ ਕਰਨਾ ਚਾਹਿਆ ਸੀ। ਹੁਣ ਜਦੋਂ ਖਤ ਆਇਆ ਤਾਂ ਮੈਂ ਕਈ ਦਿਨ ਭੁੱਲੀ ਰਹੀ ਕਿ ਹੁਣ ਮੈਂ 40 ਸਾਲ ਦੀ ਹਾਂ। ਮੇਰਾ ਪਤੀ ਇੱਕ ਸੁਹਿਰਦ ਜ਼ਿੰਮੇਵਾਰ ਪੁਰਸ਼ ਹੈ। ਸਿਰ ਉੱਤੇ ਸੁਖਦਾਈ ਛੱਤ ਹੈ। ਜੀਵਨ ਵਿੱਚ ਰੌਣਕ ਭਰਨ ਵਾਲੇ ਬੱਚੇ ਹਨ। ਖਿਆਲ ਆਇਆ ਕਿ ਵੇਖਾਂ ਕਿ ਉਹ ਹੈ ਕਿਵੇਂ ਦਾ ਅਤੇ ਜਾਣਾ ਕਿ ਜੇ ਅਸੀਂ ਇਕੱਠੇ ਹੁੰਦੇ ਤਾਂ ਚੰਗੇ ਰਹਿੰਦੇ ਜਾਂ ਜਿਵੇਂ ਹੁਣ ਹਾਂ ਉਵੇਂ ਹੀ ਠੀਕ ਹੈ। ਸੋਚਿਆ ਯਾਦ ਕਰਨ ਦਾ ਧੰਨਵਾਦ ਲਿਖ ਦਿਆਂ। ਫਿਰ ਖਿਆਲ ਆਇਆ ਕਿ ਇੱਕ ਵਾਰੀ ਮਿਲਣ ਵਿੱਚ ਕੀ ਹਰਜ ਹੈ, ਪਰ ਮੈਂ ਫੈਸਲਾ ਨਾ ਕਰ ਸਕੀ ਕਿ ਕੀ ਕਰਾਂ। ਇਹਨਾਂ ਦਿਨਾਂ ਵਿੱਚ ਇੱਕ ਦਿਨ ਅਚਾਨਕ ਮੇਰੇ ਪਤੀ ਨੇ ਘਰ ਆ ਕੇ ਪੱਗ ਲਾ ਕੇ ਆਪਣੇ ਨੰਗੇ ਸਿਰ ਨੂੰ ਢੱਕਣ ਲਈ ਸਿਰ ਉੱਤੇ ਮੇਰੀ ਚੁੰਨੀ ਲਪੇਟ ਲਈ। ਮੈਨੂੰ ਮਹਿਸੂਸ ਹੋਇਆ ਜਿਵੇਂ ਉਸ ਚੁੰਨੀ ਰਾਹੀਂ ਉਸਨੇ ਮੈਨੂੰ ਆਪਣੇ ਸਿਰ ਤੇ ਬਿਠਾ ਲਿਆ ਸੀ। ਉਸ ਦੇ ਅਜਿਹਾ ਕਰਨ ਨੇ ਮੇਰੀਆਂ ਸੋਚਾਂ ਵਿੱਚ ਧੁੰਦਲੇ ਅਤੀਤ ਦੀ ਥਾਂ ਸਪਸ਼ਟ ਭਵਿੱਖ ਸਜਾ ਦਿੱਤਾ ਅਤੇ ਮੈਂ ਫੈਸਲਾ ਕਰ ਲਿਆ ਕਿ ਹੁਣ ਅਤੀਤ ਨਹੀਂ ਫਰੋਲਾਂਗੀ ਅਤੇ ਮੈਂ ਭਵਿੱਖ ਦੀਆਂ ਜ਼ਿੰਮੇਵਾਰੀਆਂ ਦੇ ਪੱਖ ਵਿੱਚ ਵੋਟ ਪਾ ਦਿੱਤੀ। ਜਦੋਂ ਮਨ ਫੈਸਲਾ ਕਰ ਲਵੇ ਤਾਂ ਮਨ ਸ਼ਾਂਤ ਹੋ ਜਾਂਦਾ ਹੈ। ਜਦੋਂ ਮਨ ਅਟੱਲ ਫੈਸਲਾ ਕਰ ਲਵੇ ਤਾਂ ਮਨ ਨਿਸ਼ਚਿਤ ਹੋ ਜਾਂਦਾ ਹੈ। ਆਪਣੀਆਂ ਖੁਸ਼ੀਆਂ ਨੂੰ ਪਰਿਵਾਰ ਤੋਂ ਵਾਰ ਦੇਣਾ ਚੜ੍ਹਦੀ ਕਲਾ ਦਾ ਸਬੂਤ ਹੁੰਦਾ ਹੈ। ਜੇ ਪਰਿਵਾਰ ਨਾਲ ਹੋਵੇ ਤਾਂ ਮਨੁੱਖ ਹਰ ਮੁਸੀਬਤ ਦਾ ਸਾਹਮਣਾ ਕਰ ਲੈਂਦਾ ਹੈ ਅਤੇ ਜੇ ਨਾਲ ਨਾ ਹੋਵੇ ਤਾਂ ਪਰਿਵਾਰ ਹੀ ਮੁਸੀਬਤ ਬਣ ਜਾਂਦਾ ਹੈ। ਜਿਸ ਰਿਸ਼ਤੇ ਵਿੱਚ ਪਰਸਪਰ ਸਤਿਕਾਰ ਨਹੀਂ ਹੁੰਦਾ ਉਸ ਰਿਸ਼ਤੇ ਨੂੰ ਝਗੜਾ ਕਹਿੰਦੇ ਹਨ। ਪਰੰਪਰਾ ਦਾ ਅਧਿਕ ਪੱਖ ਪੂਰਨ ਵਾਂਗ ਹੀ ਪਰਿਵਰਤਨ ਦਾ ਵਿਰੋਧ ਕਰਨਾ ਵੀ ਝਗੜੇ ਦਾ ਆਧਾਰ ਬਣ ਜਾਂਦਾ ਹੈ। ਪਰਿਵਰਤਨ ਦੁਖੀ ਕਰਦਾ ਹੈ, ਪਰ ਪਰਿਵਰਤਨ ਤੋਂ ਮੂੰਹ ਮੋੜਨਾ ਦੁੱਖ ਨਾਲੋਂ ਵੀ ਵੱਡੀ ਨਿਰਾਸ਼ਤਾ ਉਪਜਾਉਂਦਾ ਹੈ। ਜੀਵਨ ਵਿੱਚ ਦੁੱਖ ਲਾਜ਼ਮੀ ਹਨ, ਪਰ ਦੁਖੀ ਹੋਣਾ ਆਪਸ਼ਨਲ ਹੈ। ਢਹਿੰਦੀ ਕਲਾ ਵਿਅਕਤੀਗਤ ਅਨੁਭਵ ਹੈ, ਰੋਣ ਵਰਗਾ, ਜਦੋਂ ਕਿ ਚੜ੍ਹਦੀ ਕਲਾ ਸਾਂਝਾ ਅਨੁਭਵ ਹੈ, ਜੋੜ ਮੇਲੇ ਵਰਗਾ। ਵੇਖਿਆ ਗਿਆ ਹੈ ਕਿ ਹਰ ਕੋਈ ਸਵੇਰੇ 6 ਵਜੇ ਉੱਠਦਾ ਹੈ। ਚੜ੍ਹਦੀ ਕਲਾ ਵਾਲਿਆਂ ਦੇ ਸਵੇਰੇ 5 ਵਜੇ ਹੀ 6 ਵੱਜ ਜਾਂਦੇ ਹਨ, ਜਦੋਂ ਕਿ ਢਹਿੰਦੀ ਕਲਾ ਵਾਲਿਆਂ ਦੇ 9 ਵਜੇ 6 ਵੱਜਦੇ ਹਨ। ਜਿਹੜੇ 9 ਵਜੇ ਜਾਗਦੇ ਹਨ ਉਹ ਕਿਸੇ ਦੀ ਸੇਵਾ ਨਹੀਂ ਕਰਨਗੇ, ਉਹ ਹਰ ਕਿਸੇ ਤੋਂ ਸੇਵਾ ਹੀ ਕਰਵਾਉਣਗੇ। ਚੜ੍ਹਦੀ ਕਲਾ ਖੁਸ਼ਹਾਲੀ ਦਾ ਵਸੀਲਾ ਹੈ। ਤੁਹਾਨੂੰ ਕੋਈ ਅਜਿਹਾ ਵਿਅਕਤੀ ਨਹੀਂ ਲੱਭੇਗਾ ਜਿਹੜਾ ਚੜ੍ਹਦੀ ਕਲਾ ਵਿੱਚ ਹੋਵੇ ਅਤੇ ਗਰੀਬ ਹੋਵੇ। ਜੀਵਨ ਲਈ ਧਨ ਜ਼ਰੂਰੀ ਹੈ। ਆਪ ਕਮਾਓ ਅਤੇ ਸਾਂਭੋ, ਕਿਉਂਕਿ ਧਨ ਸਿਹਤ, ਸ਼ਕਤੀ, ਇੱਜ਼ਤ ਅਤੇ ਸਵੈਮਾਨ ਦਾ ਆਧਾਰ ਹੈ। ਧਨ ਦੀ ਅਣਹੋਂਦ ਵਿੱਚੋਂ ਗਰੀਬੀ, ਬਿਮਾਰੀ, ਨਿਰਾਸ਼ਤਾ, ਕਮਜ਼ੋਰੀ ਅਤੇ ਬੇਇੱਜ਼ਤੀ ਹੀ ਉਪਜਦੀ ਹੈ। ਸਵੇਰੇ ਸੈਰ ਕਰਨ ਨਾਲ ਹੀ ਚੜ੍ਹਦੀ ਕਲਾ ਦਾ ਆਰੰਭ ਹੋ ਜਾਂਦਾ ਹੈ। ਨਿੰਦਾ ਮੁਕਤ ਅਤੇ ਪ੍ਰਸੰਨ ਚਿੱਤ ਹੋ ਕੇ ਸੈਰ ਕਰੋ। ਸਰੀਰ ਅਤੇ ਮਨ ਦੋਵੇਂ ਵਧਾਈ ਦੇਣਗੇ। ਢਹਿੰਦੀ ਕਲਾ ਵਿੱਚ ਕੁਝ ਟੁੱਟ ਜਾਂਦੇ ਹਨ ਅਤੇ ਕਈ ਮੁੜ ਚੜ੍ਹਦੀ ਕਲਾ ਵਿੱਚ ਹੋ ਕੇ ਸਾਰੇ ਰਿਕਾਰਡ ਤੋੜ ਦਿੰਦੇ ਹਨ। ਚੜ੍ਹਦੀ ਕਲਾ ਵਾਲਾ ਸਾਰਾ ਸਮਾਨ ਸਾਡੇ ਕੋਲ ਹੈ। ਕੁਦਰਤ ਨੇ ਸਭ ਕੁਝ ਮੁਫਤ ਦਿੱਤਾ ਹੋਇਆ ਹੈ। ਚਾਅ ਅਤੇ ਰੀਝ ਨਾਲ ਜੀਵੋ। ਜਿਵੇਂ ਬੱਤੀ ਜਗਣ ਨਾਲ ਚਾਨਣ ਦਾ ਹੜ੍ਹ ਆ ਜਾਂਦਾ ਹੈ, ਉਵੇਂ ਹੀ ਤੁਹਾਡੀ ਹਾਜ਼ਰੀ ਨਾਲ ਚੜ੍ਹਦੀ ਕਲਾ ਦਾ ਭਾਂਬੜ ਬਲਣਾ ਚਾਹੀਦਾ ਹੈ। ਅਸੀਂ ਆਪ ਹੀ ਚੜ੍ਹਦੀ ਕਲਾ ਵਿੱਚ ਨਹੀਂ ਹੋਣਾ, ਆਪਣੇ ਪਰਿਵਾਰ ਅਤੇ ਸਮਾਜ ਨੂੰ ਵੀ ਚੜ੍ਹਦੀ ਕਲਾ ਵਿੱਚ ਕਰਨਾ ਹੈ ਅਤੇ ਚੜ੍ਹਦੀ ਕਲਾ ਦਾ ਵਾਤਾਵਰਨ ਉਸਾਰਨਾ ਹੈ। ਆਲਸ ਤਿਆਗਣਾ ਹੈ, ਹਿੰਮਤਾਂ ਪਹਿਨਣੀਆਂ ਹਨ। ਹੁਣ ਤੋਂ ਮਗਰੋਂ ਜਦੋਂ ਵੀ ਕੋਈ ਪੁੱਛੇ ਵੀ ਕੀ ਹਾਲ ਹੈ ਤਾਂ ਗੱਜ ਕੇ ਕਹਿਣਾ ਕਿ ਚੜ੍ਹਦੀ ਕਲਾ। ਦੋਸਤੋ, ਇਸ ਦੇ ਨਾਲ ਹੀ ਇਹ ਲੇਖ ਖਤਮ ਹੁੰਦਾ ਹੈ। ਫਿਰ ਮਿਲਾਂਗੇ ਇਸ ਤੋਂ ਅਗਲੇ ਲੇਖ ਨਾਲ। ਧੰਨਵਾਦ।